ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਬਾਰੇ। ਜੀ ਹਾਂ ਦੋਸਤੋ, ਤੁਹਾਡੇ ਸਭ ਦੇ ਧਿਆਨ ਦੇ ਵਿੱਚ ਇਹ ਹੈ ਵੀ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਸੰਘਰਸ਼ ਕੀਤਾ, ਲੜਾਈ ਲੜੀ ਤੇ ਉਸੇ ਦੇ ਚੱਲਦਿਆਂ ਜਿਹੜਾ ਹੈਗਾ ਕਈ ਲੜਾਈਆਂ ਲੜਨ ਤੋਂ ਬਾਅਦ ਕਈ ਤਰ੍ਹਾਂ ਦੇ ਸੰਘਰਸ਼ਾਂ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਤੇ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣਾ ਜੀਵਨ ਜਿਉ ਰਹੇ ਨੇ। ਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਹੈ ਪੰਜਾਬ ਦੇ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਨੇ, ਖੇਤੀਬਾੜੀ ਖੁਦ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ। ਇਸੇ ਕਰਕੇ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਵੀ ਕਿਹਾ ਗਿਆ। ਤੇ ਸਮੇਂ ਦੇ ਨਾਲ ਨਾਲ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕਈ ਤਜਰਬੇ ਵੀ ਹੋਏ, ਚਾਹੇ ਹਰਿਤ ਕ੍ਰਾਂਤੀ ਆਈ, ਹੋਰ ਕਈ ਇਸ ਤਰ੍ਹਾਂ ਦੀ ਆਏ, ਉਹ ਵੀ ਪੰਜਾਬ ਤੋਂ ਜਿਹੜਾ ਹੈ ਉਹਨਾਂ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਨੇ ਉਸ ਤਰ੍ਹਾਂ ਦਾ ਜਿਹੜਾ ਚੰਗਾ ਮਾੜਾ ਦੌਰ ਜਿਹੜਾ ਉਹ ਖੇਤੀਬਾੜੀ ਦੇ ਵਿੱਚ ਹੰਢਾਇਆ ਤੇ ਉਹ ਪੰਜਾਬ ਤੋਂ ਤਜਰਬੇ ਸ਼ੁਰੂ ਹੋ ਕੇ ਸਾਰੇ ਦੇਸ਼ ਤੱਕ ਪਹੁੰਚੇ ਨੇ। ਤੇ ਗੱਲ ਕਰੀਏ ਤਾਂ ਉਹੀ ਖੇਤੀਬਾੜੀ ਜਿਹੜੀ ਹੈ ਲਗਾਤਾਰ ਸਾਡੇ ਪੰਜਾਬ ਦੀ ਖੇਤੀਬਾੜੀ, ਸਾਡੇ ਪੰਜਾਬ ਦੇ ਕਿਸਾਨ ਭਰਾ ਨੇ ਉਹ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ, ਪਰੇਸ਼ਾਨੀਆਂ ਦਾ ਵਿੱਚੋਂ ਨਿਕਲ ਰਹੇ ਨੇ ਤੇ ਕਰਜ਼ੇ ਹੇਠ ਜਿਹੜਾ ਹੈਗਾ ਲਗਾਤਾਰ ਦਬਦੇ ਜਾ ਰਹੇ ਨੇ। ਕਰਜ਼ੇ ਦੇ ਬੋਝ ਹੇਠ ਜਿਹੜਾ ਦਬ ਕੇ ਉਹਨਾਂ ਨੂੰ ਖੁਦਕੁਸ਼ੀਆਂ ਕਰਨਾ ਪੈ ਰਿਹਾ ਜਾਂ ਹੋਰ ਕਈ ਤਰ੍ਹਾਂ ਦੇ ਆਪਣੇ ਰਾਹ ਅਖਤਿਆਰ ਕਰਨੇ ਪੈ ਰਹੇ ਨੇ। ਤੇ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੀਆਂ ਮਜ਼ਦੂਰਾਂ ਦੀ ਖੁਦਕੁਸ਼ੀਆਂ ਨੂੰ ਜਿਹੜਾ ਹੈਗਾ ਠੱਲ ਪਾਉਣ 'ਚ ਕਾਮਯਾਬ ਨਹੀਂ ਹੋ ਰਹੀਆਂ। ਉਹ ਨਾ ਹੀ ਕੋਈ ਕਿਸਾਨ ਪੱਖੀ ਨੀਤੀ, ਕੋਈ ਪਾਲਿਸੀ ਲਿਆ ਪਾ ਰਹੀਆਂ ਨੇ ਤੇ ਨਾ ਹੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਜਿਹੜਾ ਰੋਕ ਸਕ ਰਹੀਆਂ ਨੇ। ਗੱਲ ਕਰੀਏ ਤਾਂ ਉਂਝ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਜਿਹੜਾ ਇਹ ਪ੍ਰਕੋਪ ਹੈ ਉਹ ਚੱਲ ਰਿਹਾ। ਕਿਸਾਨ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕਰ ਰਹੇ ਨੇ। ਪਰ ਦੇਖੀਏ ਤਾਂ ਕੁਝ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਦੇ ਵਿੱਚ 3 ਕਿਸਾਨਾਂ ਵੱਲੋਂ ਜਿਹੜਾ ਖੁਦਕੁਸ਼ੀ ਕੀਤੀ ਗਈ ਹੈ। ਉਸਨੇ ਸਭ ਦੇ ਦਿਲਾਂ ਨੂੰ, ਸਭ ਦੇ ਮਨਾਂ ਨੂੰ ਜਿਹੜਾ ਹੈਗਾ ਝੰਜੋੜ ਕੇ ਰੱਖ ਦਿੱਤਾ ਕਿ ਕਿਵੇਂ ਇੱਕ ਜ਼ਿਲ੍ਹੇ ਦੇ 3 ਕਿਸਾਨ ਜਿਹੜੇ ਨੇ ਇੱਕੋ ਦਿਨ ਖੁਦਕੁਸ਼ੀਆਂ ਕਰਦੇ ਨੇ, ਜਿਨ੍ਹਾਂ ਤਿੰਨਾਂ ਦਾ ਕਾਰਨ ਜਿਹੜਾ ਹੈ ਇੱਕੋ ਰਹਿੰਦਾ ਹੈ, ਕਰਜ਼ਾ। ਵੀ ਕਿ ਉਹ ਤਿੰਨੋਂ ਕਿਸਾਨ ਜਿਹੜੇ ਨੇ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਜਿਹੜਾ ਉਹਨਾਂ ਨੂੰ ਖੁਦਕੁਸ਼ੀ ਦਾ ਰਾਹ ਅਖਤਿਆਰ ਕਰਨਾ ਪੈਂਦਾ, ਜੋ ਕਿ ਬਹੁਤ ਮੰਦਭਾਗਾ ਹੈ। ਕਿਉਂਕਿ ਕਿਸਾਨ ਭਾਵੇਂ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ ਉਸਨੇ, ਉਹ ਦੁਨੀਆ ਤੋਂ ਚਲਾ ਗਿਆ, ਪਰ ਪਿੱਛੇ ਦੇਖੀਏ ਤਾਂ ਉਸਦੇ ਪਰਿਵਾਰ ਦੇ ਵਿੱਚ ਜਿੰਨੇ ਵੀ ਜੀਅ ਨੇ ਉਹਨਾਂ ਲਈ ਇੱਕ ਨਵੀਆਂ ਮੁਸ਼ਕਲਾਂ, ਨਵੀਆਂ ਔਕੜਾਂ ਜਿਹੜੀਆਂ ਨੇ ਖੜੀਆਂ ਹੋ ਗਈਆਂ ਨੇ। ਇਸ ਲਈ ਖੁਦਕੁਸ਼ੀਆਂ ਜਿਹੜਾ ਕੋਈ ਹੱਲ ਨਹੀਂ ਹੈ ਤੇ ਇਸ ਲਈ ਜਿਹੜਾ ਹੈਗਾ ਕਿਸਾਨਾਂ ਨੂੰ ਇਸ ਨਾਲ ਲੜਾਈ ਲੜਨ ਦੀ ਲੋੜ ਹੈ, ਹੋਰ ਕਈ ਤਰ੍ਹਾਂ ਦੇ ਜਿਹੜਾ ਹੈਗਾ ਸੰਘਰਸ਼ਾਂ ਦੀ ਲੋੜ ਹੈ। ਗੱਲ ਕਰੀਏ ਤਾਂ ਜਿਹੜੇ ਉਹ 3 ਕਿਸਾਨਾਂ ਦੀ ਆਪਾਂ ਜ਼ਿਕਰ ਕੀਤਾ ਮਾਨਸਾ ਜ਼ਿਲ੍ਹੇ ਦੀ, ਤਾਂ ਉਹ ਝੁਨੀਰ ਬਲਾਕ ਨਾਲ ਸੰਬੰਧਿਤ ਨੇ। ਦੇਖੀਏ ਤਾਂ ਪਿੰਡ ਉਲਕ ਦੇ 2 ਏਕੜ ਦਾ ਮਾਲਕ ਸੀਗਾ ਪਰਮਜੀਤ ਸਿੰਘ, ਜੋ ਕਿ 2 ਏਕੜ ਦੀ ਮਾਲਕੀ ਤੇ 3 ਏਕੜ ਠੇਕੇ ਵਾਲੀ ਜ਼ਮੀਨ ਲੈ ਕੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀਗਾ, ਖੇਤੀਬਾੜੀ ਕਰਦਾ ਸੀ। ਤੇ ਉਸ ਵੱਲੋਂ ਜਿਹੜਾ ਹੈਗਾ ਗੁਲਾਬੀ ਸੁੰਡੀ ਕਰਕੇ ਪੈਣ ਕਰਕੇ ਫਸਲ 'ਤੇ ਕਾਫੀ ਕਰਜ਼ੇ ਹੇਠ ਦੱਬ ਗਿਆ, ਆਰਥਿਕ ਤੌਰ 'ਤੇ ਬਹੁਤ ਨੁਕਸਾਨ ਹੋਇਆ, ਜਿਸ ਕਰਕੇ ਉਸ ਨੂੰ ਖੁਦਕੁਸ਼ੀ ਦਾ ਰਾਹ ਜਿਹੜਾ ਫੜਨਾ ਪਿਆ। ਤੇ ਆਖਿਰ ਪਰਮਜੀਤ ਸਿੰਘ ਨੇ ਜਿਹੜਾ ਹੈਗਾ ਇਸ ਸਮੱਸਿਆ ਨਾਲ ਸਾਹਮਣਾ ਕਰਨ ਦੀ ਥਾਂ 'ਤੇ, ਡਟ ਕੇ ਮੁਕਾਬਲਾ ਕਰਨ ਦੀ ਥਾਂ 'ਤੇ ਜਿਹੜਾ ਖੁਦਕੁਸ਼ੀ ਨੂੰ ਹੀ ਜਿਹੜਾ ਆਪਣੇ ਗੱਲ ਲਾਉਣ ਦਾ ਜਿਹੜਾ ਪ੍ਰੈਫਰ ਕੀਤਾ। ਤੇ ਦੂਜੀ ਗੱਲ ਕਰੀਏ ਇਸੇ ਬਲਾਕ ਦਾ ਪਿੰਡ ਮੱਖੇਵਾਲ ਦੇ ਗੁਰਪ੍ਰੀਤ ਸਿੰਘ ਨੇ ਵੀ ਆਰਥਿਕ ਤੰਗੀ ਤੋਂ ਜਿਹੜਾ ਹੈਗਾ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ, ਜੋ ਪਤਾ ਲੱਗ ਰਿਹਾ ਵੀ ਕਿ ਉਸਦੇ ਜਿਹੜਾ ਹੈਗਾ ਬਹੁਤ ਥੋੜ੍ਹੀ ਜ਼ਮੀਨ ਸੀਗੀ ਤੇ ਇਸ ਕਰਕੇ ਉਸ ਵੱਲੋਂ ਜਿਹੜਾ ਹੈਗਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ, ਫਸਲਾਂ ਦਾ ਨੁਕਸਾਨ ਹੋ ਗਿਆ ਸੀ, ਕਰਜ਼ਾ ਵੱਧਦਾ ਜਾ ਰਿਹਾ ਸੀ। ਇਸ ਕਰਕੇ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਵੱਲੋਂ ਵੀ ਖੁਦਕੁਸ਼ੀ ਕਰ ਲਈ ਹੈ। ਤੇ ਤੀਜਾ ਕਿਸਾਨ ਜਿਹੜਾ ਹੈਗਾ ਜਰਨੈਲ ਸਿੰਘ, ਜਿਸ ਦੀ ਕਿ 47 ਸਾਲ ਦੀ ਉਮਰ ਹੈ, ਉਸਨੇ ਵੀ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਜਿਹੜਾ ਖੁਦਕੁਸ਼ੀ ਕੀਤੀ ਹੈ। ਤੇ ਗੱਲ ਕਰੀਏ ਜਰਨੈਲ ਸਿੰਘ ਦੀ, ਤਾਂ ਜਰਨੈਲ ਸਿੰਘ 'ਤੇ ਵੀ 7 ਲੱਖ ਰੁਪਏ ਦਾ ਕਰਜ਼ਾ ਸੀ ਤੇ ਫਸਲਾਂ ਦੇ ਖਰਾਬੇ ਕਰਕੇ ਤੇ ਪਸ਼ੂਆਂ ਦੀ ਜਿਹੜੀ ਬਿਮਾਰੀ ਚੱਲ ਰਹੀ ਹੈ ਉਸ ਕਰਕੇ ਉਹ ਬਹੁਤ ਤੰਗ ਪਰੇਸ਼ਾਨ ਚੱਲ ਰਿਹਾ ਸੀ ਤੇ ਘਰ ਦਾ ਗੁਜ਼ਾਰਾ ਤੱਕ ਉਸ ਨੂੰ ਕਰਨਾ ਜਿਹੜਾ ਬਹੁਤ ਮੁਸ਼ਕਿਲ ਹੋ ਗਿਆ ਸੀ। ਇਸ ਕਰਕੇ 47 ਸਾਲਾ ਜਰਨੈਲ ਸਿੰਘ ਵੱਲੋਂ ਵੀ ਜਿਹੜਾ ਖੁਦਕੁਸ਼ੀ ਕਰ ਲਈ ਹੈ। ਪਰ ਹੁਣ ਗੱਲ ਕਰੀਏ ਜਿਵੇਂ ਤਿੰਨੋਂ ਕਿਸਾਨਾਂ ਦੀ, ਤਿੰਨੋਂ ਕਿਸਾਨ ਵਿਆਹੇ ਵਰੇ ਸੀਗੇ, ਪਿੱਛੇ ਪਰਿਵਾਰ ਹੈ, ਬੱਚੇ ਨੇ, ਇਹ ਤਿੰਨਾਂ ਦੀ ਖੁਦਕੁਸ਼ੀ ਤੋਂ ਬਾਅਦ ਪਿੱਛੇ ਪਰਿਵਾਰ 'ਤੇ ਜਿਹੜਾ ਕੀ ਅਸਰ ਪਏਗਾ, ਕਿਸ ਤਰ੍ਹਾਂ ਦੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ, ਇਹ ਬਹੁਤ ਵੱਡੇ ਸਵਾਲ ਖੜੇ ਕਰ ਦਿੰਦਾ ਹੈ। ਵੀ ਕਿ ਇਸ ਲਈ ਜਿਹੜਾ
ਕਿਸਾਨ ਤਾਂ ਖੁਦਕੁਸ਼ੀ ਕਰਕੇ ਚਲਾ ਜਾਂਦਾ ਹੈ, ਪਰ ਪਿੱਛੇ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ, ਇਹਦੇ ਨਾਲ ਹੀ ਦੇਖੀਏ ਤਾਂ ਸਾਡੀਆਂ ਸਰਕਾਰਾਂ ਵੱਲੋਂ ਚੋਣਾਂ ਸਮੇਂ ਤਾਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਏਗਾ, ਉਹਨਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਆਉਣ ਦਿੱਤੀ ਜਾਏਗੀ। ਜੇ ਫਸਲਾਂ ਖਰਾਬ ਹੁੰਦੀਆਂ ਤਾਂ ਉਹਨਾਂ ਦਾ ਸਮੇਂ ਸਿਰ ਮੁਆਵਜ਼ਾ ਦਿੱਤਾ ਜਾਏਗਾ। ਹੋਰ ਕਈ ਤਰ੍ਹਾਂ ਦੇ ਜਿਹੜਾ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਨੇ, ਪਰ ਉਸ ਦੀ ਜ਼ਮੀਨੀ ਹਕੀਕਤ ਜਿਹੜੀ ਹੈਗੀ ਹੈ ਕੁਝ ਹੋਰ ਹੀ ਦੇਖਣ ਨੂੰ ਮਿਲਦੀ ਹੈ। ਜੇ ਇੱਕ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2017 ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਬਣੀ, ਤਾਂ ਉਸ ਸਮੇਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਸੀ ਕਿ 31 ਮਾਰਚ 2017 ਤੱਕ ਪੰਜਾਬ ਦੇ ਕਿਸਾਨਾਂ ਸਿਰ 73,777 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਇਹ ਕਰਜ਼ਾ ਜਿਹੜਾ ਚੜਿਆ ਹੋਇਆ ਸੀਗਾ। ਅਤੇ ਇਸ ਦੇ ਵਿੱਚ ਜਿਹੜਾ ਹੈਗਾ ਇਹ ਸਰਕਾਰੀ ਕਰਜ਼ਾ ਆਪਾਂ ਕਹਿ ਸਕਦੇ ਹਾਂ ਕਿ ਇਸ ਤੋਂ ਇਲਾਵਾ ਕੁਝ ਨਿੱਜੀ ਕਰਜ਼ੇ ਕਹਿ ਦਈਏ, ਸ਼ਾਹੂਕਾਰਾਂ ਤੋਂ ਲਿਆ ਹੋਇਆ, ਪ੍ਰਾਈਵੇਟ ਬੰਦਿਆਂ ਤੋਂ, ਉਹ ਵੱਖਰੇ ਨੇ। ਪਰ ਪੰਜਾਬ ਦੇ ਕਿਸਾਨਾਂ ਸਿਰ 73,777 ਕਰੋੜ ਰੁਪਏ ਦਾ ਜਿਹੜਾ ਉਸ ਸਮੇਂ ਕਰਜ਼ਾ ਸੀਗਾ। ਅਤੇ ਇਸ ਦੀ ਆਪਾਂ ਐਵਰੇਜ ਕੱਢੀਏ ਤਾਂ ਹਰ ਕਿਸਾਨ ਜਿਹੜਾ ਪੰਜਾਬ ਦਾ ਕਰੀਬ 77,000 ਰੁਪਏ ਔਸਤਨ ਜਿਹੜਾ ਹੈਗਾ ਉਹ ਕਰਜ਼ਈ ਜਿਹੜਾ ਹੈਗਾ ਦੇਖਿਆ ਜਾ ਰਿਹਾ ਸੀ ਉਸ ਆંકੜਿਆਂ ਨੂੰ। ਜੇ 31 ਮਾਰਚ 2017 ਦੇ ਆંકੜੇ ਦੇਖਦੇ ਹਾਂ ਤਾਂ ਵੀ ਜਿਵੇਂ ਅੱਜ ਪੰਜਾਬ ਦੇ ਸਿਰ ਜਿਵੇਂ ਕਰਜ਼ਾ ਚੜ੍ਹਦਾ ਜਾ ਰਿਹਾ, ਆਪਾਂ ਕਹਿ ਦਿੰਦੇ ਹਰ ਪੰਜਾਬ ਦਾ ਬੱਚਾ ਜੰਮਦੇ 1 ਲੱਖ ਰੁਪਏ ਦਾ ਜਿਹੜਾ ਕਰਜ਼ਈ ਹੈ। ਅਤੇ ਉਸ 'ਚੋਂ ਗੱਲ ਕਰੀਏ ਸਿਰਫ ਖੇਤੀਬਾੜੀ ਦੀ, ਤਾਂ ਖੇਤੀਬਾੜੀ ਨਾਲ ਜੁੜੇ ਹੋਏ ਕਰਜ਼ੇ ਦੀ, ਤਾਂ ਪੰਜਾਬ ਦਾ ਹਰ ਕਿਸਾਨ ਵੀ ਜਿਹੜਾ ਉਹ ਜੰਮਦੇ ਹੀ 77 ਤੋਂ 80,000 ਰੁਪਏ ਜਿਹੜਾ ਕਰਜ਼ਈ ਜਿਹੜਾ ਹੈਗਾ ਅੱਜ ਦੇ ਸਮੇਂ 'ਚ ਪਾਇਆ ਜਾ ਰਿਹਾ। ਅਤੇ ਸਾਡੀਆਂ ਸਰਕਾਰਾਂ ਕਿਸਾਨਾਂ ਦਾ ਕਰਜ਼ਾ ਘਟਾਉਣ ਦੇ ਵਿੱਚ ਜਾਂ ਉਹਨਾਂ ਨੂੰ ਰਾਹਤ ਦੇਣ ਦੇ ਵਿੱਚ ਕੋਈ ਕਾਮਯਾਬ ਨਹੀਂ ਹੋ ਪਾ ਰਹੀਆਂ। ਜੇ ਦੇਖੀਏ ਤਾਂ ਸਰਕਾਰਾਂ ਕੋਲ ਤਾਂ ਪੂਰੇ ਆંકੜੇ ਵੀ ਨਹੀਂ ਹੈਗੇ ਵੀ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜਾਂ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਪਿੱਛੇ ਕਾਰਨ ਕੀ ਨੇ। ਇਸ ਤਰ੍ਹਾਂ ਦੇ ਸਰਕਾਰ ਕੋਲ ਤਾਂ ਪੂਰੇ ਆંકੜੇ ਵੀ ਹੈ ਨਹੀਂ। ਅਤੇ ਸਮੇਂ ਸਮੇਂ 'ਤੇ ਸਰਕਾਰਾਂ ਭਾਵੇਂ ਸਰਵੇਖਣ ਕਰਵਾਉਣ ਦੀਆਂ ਗੱਲਾਂ ਜ਼ਰੂਰ ਕਰਦੀਆਂ ਨੇ, ਪਰ ਉਸ ਦੀ ਰਿਪੋਰਟ ਕਿੰਨੀ ਕੁ ਸੱਚ ਹੈ ਉਹ ਸਭ ਦੇ ਸਾਹਮਣੇ ਆਉਂਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਸਮੇਂ 'ਚ ਇੱਕ ਸਰਵੇਖਣ ਕਰਵਾਇਆ ਗਿਆ। ਉਹ ਸਰਵੇਖਣ ਸਿਰਫ ਪੰਜਾਬ ਦੇ 6 ਜ਼ਿਲ੍ਹਿਆਂ ਨਾਲ ਸੰਬੰਧਿਤ ਸੀ, ਜੋ ਕਿ ਸਾਲ 2000 ਤੋਂ ਲੈ ਕੇ 2018 ਤੱਕ ਕਰਵਾਇਆ ਗਿਆ ਸੀ ਪੰਜਾਬ ਦੇ 6 ਜ਼ਿਲ੍ਹਿਆਂ 'ਚ। ਅਤੇ ਇਹ 6 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਮੁੱਖ ਤੌਰ 'ਤੇ ਜਿਹੜਾ ਹੈਗਾ ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਲੁਧਿਆਣਾ, ਇਹ ਜ਼ਿਲ੍ਹੇ ਸ਼ਾਮਲ ਸੀਗੇ। ਅਤੇ ਇਹ ਜ਼ਿਲ੍ਹਿਆਂ ਦੇ ਵਿੱਚ ਇਹ 18 ਸਾਲ ਦੇ ਸਮੇਂ ਦੌਰਾਨ ਜਿਹੜਾ 16,594 ਕਿਸਾਨ ਅਤੇ ਮਜ਼ਦੂਰਾਂ ਵੱਲੋਂ ਖੁਦਕੁਸ਼ੀ ਦੀ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ, ਅਤੇ ਜਿਨ੍ਹਾਂ ਦੇ ਵਿੱਚੋਂ 9291 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਅਤੇ 7303 ਮਜ਼ਦੂਰ ਜਿਹੜੇ ਖੁਦਕੁਸ਼ੀਆਂ ਕਰਨ ਵਾਲੇ ਸੀਗੇ। ਅਤੇ ਇਸ ਤੋਂ ਪਤਾ ਲੱਗਦਾ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਦਰ ਕਿੱਥੇ ਪਹੁੰਚ ਰਹੀ ਹੈ। ਅਤੇ ਇਸ ਨਾਲ ਜਿਹੜਾ ਹੈਗਾ ਸਾਡੀਆਂ ਸਰਕਾਰਾਂ ਦੇ ਦਾਅਵੇ ਐਲਾਨ ਕਿੰਨੇ ਵੱਡੇ ਵੱਡੇ ਨੇ, ਪਰ ਹਕੀਕਤ ਜਿਹੜੀ ਹੈ ਉਹ ਕਿੱਥੇ ਹੈ। ਅਤੇ ਇਹ 6 ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੇ ਹੈਗੇ ਸੰਗਰੂਰ ਜ਼ਿਲ੍ਹੇ 'ਚ ਹੋਈਆਂ ਸੀ, ਜਿੱਥੇ 2566 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਉਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਵਿੱਚ 2098, ਬਠਿੰਡਾ 'ਚ 1956, ਬਰਨਾਲਾ 'ਚ 1126, ਮੋਗਾ 'ਚ 880 ਅਤੇ ਲੁਧਿਆਣਾ ਦੇ 725 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਉਸ ਸਮੇਂ ਕੀਤੀਆਂ ਗਈਆਂ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜਾ ਇੱਕ ਸਰਵੇਖਣ ਕੀਤਾ ਇਹ 6 ਜ਼ਿਲ੍ਹਿਆਂ 'ਤੇ, ਇਹ ਉਸ ਦੀ ਰਿਪੋਰਟ ਤੁਹਾਨੂੰ ਦੱਸੀ ਜਾ ਰਹੀ ਹੈ। ਅਤੇ ਵੈਸੇ ਦੇਖੀਏ ਤਾਂ ਇਹ ਸਿਰਫ 6 ਜ਼ਿਲ੍ਹਿਆਂ ਦਾ ਆંકੜਾ ਹੈ, ਅਤੇ ਹੋਰ ਜਿਹੜਾ ਪੰਜਾਬ ਦੇ ਰਹਿੰਦੇ ਇਸ ਸਮੇਂ ਜਿਹੜਾ ਹੈਗਾ 17 ਜ਼ਿਲ੍ਹੇ ਹੋਰ ਨੇ, ਅਤੇ ਉਹਨਾਂ ਦੀ ਰਿਪੋਰਟ ਦੇਖੀ ਜਾਵੇ ਤਾਂ ਇਹ ਆંકੜਾ ਕਿੰਨਾ ਵੱਧ ਕੇ ਕਿੱਥੇ ਪਹੁੰਚੇਗਾ ਉਹ ਬਹੁਤ ਵੱਡੇ ਕਈ ਤਰ੍ਹਾਂ ਦੇ ਸਵਾਲ ਜਿਹੜਾ ਖੜੇ ਕਰਦਾ। ਅਤੇ ਸਾਡੀਆਂ ਸਰਕਾਰਾਂ ਨੂੰ ਵੀ ਇਸ ਬਾਰੇ ਜਿਹੜਾ ਹੈਗਾ ਸੋਚਣ ਦੀ ਲੋੜ ਹੈ, ਕਿਉਂਕਿ ਦੇਖੀਏ ਤਾਂ ਸਰਕਾਰਾਂ ਹਰ ਚੋਣਾਂ 'ਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਾਹਮਣੇ ਆਉਂਦੀਆਂ ਨੇ, ਕਈ ਤਰ੍ਹਾਂ ਦੇ ਐਲਾਨ ਕਰਦੀਆਂ ਨੇ, ਵਾਅਦੇ ਕਰਦੀਆਂ ਨੇ। ਕਿਸਾਨਾਂ ਦਾ ਮੁੱਖ ਤੌਰ 'ਤੇ ਕਰਜ਼ਾ ਮਾਫ ਕਰਨ ਦੇ ਐਲਾਨ ਜਿਹੜਾ ਹਰ ਰਾਜਨੀਤਿਕ ਪਾਰਟੀ ਕਰਦੀ ਹੈ, ਪਰ ਉਹ ਕਰਜ਼ਾ ਜਿਹੜਾ ਨਾ ਤਾਂ ਉਹ ਮਾਫ ਹੁੰਦਾ ਨਾ ਉਹ ਮਾਫ ਕਰਨ 'ਚ ਕਾਮਯਾਬ ਹੋ ਪਾਉਂਦੀਆਂ ਨੇ, ਕਿਉਂਕਿ ਚੋਣਾਂ ਸਮੇਂ ਤਾਂ ਉਹ ਐਲਾਨ ਕਰਦੀਆਂ ਨੇ ਅਸੀਂ ਸਭ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ। ਜਦੋਂ ਸਰਕਾਰ ਬਣ ਜਾਂਦੀ ਹੈ ਅਤੇ ਕਰਜ਼ਾ ਮਾਫੀ ਦੀ ਗੱਲ ਆਉਂਦੀ ਹੈ, ਫਿਰ ਉਸ 'ਚ ਕਈ ਤਰ੍ਹਾਂ ਦੀ ਜਿਹੜੇ ਹੈਗੇ ਪਾਲਿਸੀ ਤਿਆਰ ਕਰਕੇ ਅਸੀਂ 2 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਅਸੀਂ 5 ਏਕੜ ਤੱਕ ਦਾ ਕਰਾਂਗੇ, ਜਾਂ ਜਿਨ੍ਹਾਂ ਕਿਸਾਨਾਂ ਸਿਰ 5 ਲੱਖ ਰੁਪਏ ਤੱਕ ਦਾ ਕਰਜ਼ਾ ਅਸੀਂ ਪਹਿਲਾਂ ਉਹਨਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਸ਼ਰਤਾਂ ਰੱਖ ਦਿੱਤੀਆਂ ਜਾਂਦੀਆਂ ਨੇ, ਅਤੇ ਉਹ ਸ਼ਰਤਾਂ 'ਚ ਦੇਖੀਏ ਤਾਂ ਉਹ ਸ਼ਰਤਾਂ ਰੱਖਣ ਦੇ ਬਾਵਜੂਦ ਵੀ ਸਰਕਾਰਾਂ ਉਹ ਸ਼ਰਤਾਂ ਪੂਰੀਆਂ ਕਰਨ ਵਾਲੇ ਜਿੰਨੇ ਵੀ ਕਿਸਾਨ ਨੇ ਉਹਨਾਂ ਦੀ ਵੀ ਜਿਹੜਾ ਹੈਗਾ ਕਰਜ਼ਾ ਮਾਫ ਕਰਨ 'ਚ ਕਾਮਯਾਬ ਨਹੀਂ ਹੋ ਪਾਉਂਦੀਆਂ। ਅਤੇ ਇਸ ਦੇ ਨਾਲ ਹੀ ਦੇਖੀਏ ਤਾਂ ਇਹ ਖੁਦਕੁਸ਼ੀਆਂ ਦੀ ਦਰ ਨੂੰ ਦੇਖਦੇ ਹੋਏ
ਇਹ ਸਰਕਾਰ ਨੇ 2015 ਦੇ ਵਿੱਚ ਇੱਕ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਇੱਕ ਪਾਲਿਸੀ ਤਿਆਰ ਕੀਤੀ ਸੀ, ਇੱਕ ਨੀਤੀ ਜਿਹੜੀ ਹੈਗੀ ਹੈ ਤਿਆਰ ਕੀਤੀ ਗਈ ਸੀ, ਤਾਂ ਜੋ ਖੁਦਕੁਸ਼ੀ ਪੀੜਤ ਪਰਿਵਾਰ ਨੇ ਉਹਨਾਂ ਨੂੰ ਕੁਝ ਨਾ ਕੁਝ ਵਿੱਤੀ ਤੌਰ 'ਤੇ ਮਦਦ ਕੀਤੀ ਜਾ ਸਕੇ। ਅਤੇ ਸਰਕਾਰ ਨੇ ਇਸ ਨੀਤੀ ਤਹਿਤ ਜਿਹੜਾ ਹੈਗਾ ਪੀੜਤ ਪਰਿਵਾਰਾਂ ਲਈ ਪਹਿਲੇ ਗੇੜ 'ਚ 2 ਲੱਖ ਰੁਪਏ ਅਤੇ ਫਿਰ 3 ਲੱਖ ਰੁਪਏ ਦੇਣ ਦਾ ਇੱਕ ਜਿਹੜਾ ਨੀਤੀ ਦੇ ਵਿੱਚ ਰੱਖਿਆ ਸੀਗਾ ਵੀ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਜਿਹੜਾ ਪੀੜਤ ਪਰਿਵਾਰਾਂ ਨੂੰ ਉਸ ਦੀ ਮਦਦ ਦਿੱਤੀ ਜਾਵੇਗੀ। ਪਰ ਇਸ ਨੂੰ ਅਪਲਾਈ ਕਰਨ ਲਈ ਜਾਂ ਹੋਰ ਕਰਨ ਲਈ ਕਈ ਇਸ ਤਰ੍ਹਾਂ ਦੀ ਦਿੱਕਤਾਂ, ਕਈ ਔਕੜਾਂ ਜਿਹੜੀਆਂ ਸਾਹਮਣੇ ਆਈਆਂ, ਕਿਉਂਕਿ ਸਭ ਤੋਂ ਪਹਿਲੀ ਜਿਹੜੀ ਸਰਕਾਰ ਦੀ ਉਸ ਸਮੇਂ ਸ਼ਰਤ ਸੀਗੀ ਵੀ ਕਿ ਕਿਸੇ ਵੀ ਕਿਸਾਨ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਜਿਹੜਾ ਹੈਗਾ 1 ਮਹੀਨੇ ਦੇ ਵਿੱਚ ਇਹ ਅਪਲਾਈ ਕਰਨਾ ਜ਼ਰੂਰੀ ਹੁੰਦਾ ਹੈ ਵੀ ਕਿ ਕਿਸੇ ਵੀ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਸ ਦੇ ਇੰਨੇ ਸਮੇਂ ਦੇ ਵਿੱਚ ਅਪਲਾਈ ਕੀਤਾ ਜਾਵੇ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸ 'ਤੇ ਕਾਫੀ ਜਿਹੜਾ ਕਮੇਟੀ ਬਣੀ ਹੁੰਦੀ ਹੈ, ਕਮੇਟੀ ਉਸ 'ਤੇ ਵਿਚਾਰ ਵਟਾਂਦਰਾ ਕਰਦੀ ਹੈ ਵੀ ਕਿ ਇਹ ਕੇਸ ਜਿਹੜਾ ਹੈਗਾ ਵਾਕਈ ਖੁਦਕੁਸ਼ੀ ਪੀੜਤ ਹੈ ਜਾਂ ਨਹੀਂ ਹੈ। ਹੋਰ ਕਈ ਤਰ੍ਹਾਂ ਦੇ ਸਲਾਹ ਮਸ਼ਵਰੇ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਕੁਝ ਨਾ ਕੁਝ ਮੁਆਵਜ਼ਾ ਦਿੱਤਾ ਜਾਂਦਾ। ਅਤੇ ਗੱਲ ਕਰੀਏ ਸਰਕਾਰ ਨੇ ਇਹ ਨੀਤੀ ਤਾਂ ਭਾਵੇਂ 2015 'ਚ ਬਣਾ ਦਿੱਤੀ ਸੀ, ਪਰ ਇਹ ਨੀਤੀ ਜਿਹੜੀ ਹੈ ਸਿਰਫ ਕਾਗਜ਼ਾਂ ਤੱਕ ਹੀ ਸਿਮਟ ਕੇ ਰਹਿ ਚੁੱਕੀ ਹੈ। ਇਸ ਦਾ ਜ਼ਮੀਨੀ ਹਕੀਕਤ 'ਤੇ ਕਿਸਾਨਾਂ ਨੂੰ ਕੁਝ ਵੀ ਲਾਭ ਨਹੀਂ ਮਿਲਿਆ। ਅਤੇ ਦੋਸਤੋ ਗੱਲ ਇਹੀ ਆਉਂਦੀ ਹੈ ਵੀ ਕਿ ਪੰਜਾਬ ਦਾ ਕਿਸਾਨ ਭਾਵੇਂ ਕਰਜ਼ੇ ਦੇ ਬੋਝ ਹੇਠਾਂ ਲਗਾਤਾਰ ਦੱਬਦਾ ਜਾ ਰਿਹਾ, ਪਰ ਕਰਜ਼ੇ ਦੇ ਬੋਝ ਹੇਠਾਂ ਆ ਕੇ ਖੁਦਕੁਸ਼ੀਆਂ ਕਰਨਾ ਕੋਈ ਹੱਲ ਨਹੀਂ ਹੈ। ਅਤੇ ਇਸ ਨਾਲ ਜਿਹੜਾ ਹੈਗਾ ਪੀੜਤ ਕਿਸਾਨ ਜਿਹੜਾ ਹੈਗਾ ਉਹ ਤਾਂ ਖੁਦਕੁਸ਼ੀ ਕਰਕੇ ਦੁਨੀਆ ਤੋਂ ਰੁਖਸਤ ਹੋ ਜਾਂਦਾ, ਦੁਨੀਆ ਨੂੰ ਛੱਡ ਜਾਂਦਾ, ਪਰ ਉਸਦੇ ਪਿੱਛੇ ਉਸਦੀ ਪਤਨੀ, ਉਸਦੇ ਬੱਚਿਆਂ, ਉਸਦੇ ਮਾਪਿਆਂ ਨੂੰ ਜਾਂ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ, ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਲਈ ਲੋੜ ਇਹੀ ਹੈ ਵੀ ਕਿ ਜਿਵੇਂ ਅੱਜ ਤੱਕ ਪੰਜਾਬ ਦਾ ਕਿਸਾਨ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਸਰਕਾਰਾਂ ਦੀ ਜਾਂ ਹੋਰ ਲੋਕ ਵਿਰੋਧੀ ਵਿਅਕਤੀਆਂ ਦਾ ਡਟ ਕੇ ਸਾਹਮਣਾ ਕਰਦਾ ਰਿਹਾ, ਇਸੇ ਤਰ੍ਹਾਂ ਕਰਜ਼ੇ ਦੇ ਵੀ ਜਿਹੜਾ ਹੈਗਾ ਡਟ ਕੇ ਸਾਹਮਣਾ ਕਰੇ। ਅਤੇ ਉਸ ਦੇ ਨਾਲ ਹੀ ਗੱਲ ਕਰੀਏ ਤਾਂ ਸਰਕਾਰਾਂ ਦੀ, ਤਾਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਕਿ ਉਹ ਜਿਹੜਾ ਕਿਸਾਨਾਂ ਦੇ ਸਿਰ ਕਰਜ਼ਾ ਚੜ੍ਹ ਰਿਹਾ, ਇਹ ਕਰਜ਼ਾ ਚੜ੍ਹਨ ਦੇ ਕਾਰਨਾਂ ਦੀ ਜਿਹੜਾ ਹੈਗਾ ਰਿਸਰਚ ਕਰਵਾਵੇ, ਖੋਜ ਕਰਵਾਵੇ ਵੀ ਕਿ ਆਖਿਰ ਕਿਸਾਨਾਂ ਦੇ ਸਿਰ ਜਿਹੜਾ ਇਹ ਕਰਜ਼ਾ ਲਗਾਤਾਰ ਵੱਧਦਾ ਕਿਉਂ ਜਾ ਰਿਹਾ। ਜੇ ਕਿ ਕਿਸੇ ਸਾਲ ਜਿਹੜਾ ਹੈਗਾ ਚਾਹੇ ਉਹ ਕਪਾਹ ਦੀ ਫਸਲ ਹੋਵੇ, ਚਾਹੇ ਉਹ ਝੋਨਾ ਹੋਵੇ, ਚਾਹੇ ਕਣਕ ਹੋਵੇ ਜਾਂ ਹੋਰ ਕੋਈ ਵੀ ਫਸਲ ਹੋਵੇ, ਕਿਸੇ ਕਾਰਨ ਤੋਂ ਖਰਾਬ ਹੋ ਜਾਂਦੀ ਹੈ ਤਾਂ ਉਸਦਾ ਮੁਆਵਜ਼ਾ ਜਿਹੜਾ ਹੈਗਾ ਤੁਰੰਤ ਸਰਕਾਰ ਨੂੰ ਦੇਣਾ ਚਾਹੀਦਾ, ਤਾਂ ਜੋ ਕਿਸਾਨਾਂ ਸਿਰ ਆਰਥਿਕ ਨੁਕਸਾਨ ਜਿਹੜਾ ਹੋਇਆ ਉਸ ਦੀ ਭਰਪਾਈ ਕੀਤੀ ਜਾ ਸਕੇ। ਅਤੇ ਇਸ ਦੇ ਨਾਲ ਹੀ ਹੋਰ ਦੇਖੀਏ ਤਾਂ ਜਿਹੜਾ ਕਈ ਤਰ੍ਹਾਂ ਦੇ ਕਾਰਨ ਹੋਰ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਵੀ ਕਿ ਕਿਸਾਨਾਂ ਸਿਰ ਕਰਜ਼ਾ ਕਿਉਂ ਚੜ੍ਹ ਰਿਹਾ। ਉਸ ਲਈ ਵੀ ਸਰਕਾਰਾਂ ਨੂੰ ਜਿਹੜਾ ਇੱਕ ਪਲੈਨਿੰਗ ਕਰਨੀ ਚਾਹੀਦੀ ਹੈ, ਇੱਕ ਵਿਉਂਤਬੰਦੀ ਕਰਨੀ ਚਾਹੀਦੀ ਹੈ ਵੀ ਕਿ ਕਿਸਾਨਾਂ ਸਿਰ ਇਹ ਕਰਜ਼ਾ ਚੜ੍ਹ ਕਿਉਂ ਰਿਹਾ ਅਤੇ ਇਹ ਜਿਹੜੇ ਕਰਜ਼ਾ ਚੜ੍ਹ ਰਿਹਾ ਇਸ ਨੂੰ ਕਿਵੇਂ ਉਤਾਰਿਆ ਜਾ ਸਕਦਾ। ਅਤੇ ਇਸ ਦੇ ਨਾਲ ਹੀ ਇੱਕ ਵੱਡੀ ਜਿਹੜੀ ਗੱਲ ਇਹ ਵੀ ਆਉਂਦੀ ਹੈ, ਸਾਡੀ ਸਿਆਸੀ ਪਾਰਟੀਆਂ ਲਈ ਉਹ ਚੋਣਾਂ 'ਚ ਐਲਾਨ ਤਾਂ ਬੜੇ ਵੱਡੇ ਵੱਡੇ ਕਰ ਦਿੰਦੀਆਂ ਨੇ ਵੀ ਕਿ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ, ਪਰ ਜੇਕਰ ਉਸ ਸਮੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਪੁੱਛ ਲਓ ਵੀ ਕਿ ਭਾਈ ਪੰਜਾਬ ਦੇ ਕਿੰਨੇ ਕਿਸਾਨਾਂ ਸਿਰ ਕਿੰਨਾ ਕਰਜ਼ਾ ਚੜ੍ਹਿਆ, ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਸਿਰਫ ਵੋਟਾਂ ਬਟੋਰਨ ਲਈ ਜਿਹੜਾ ਹੈਗਾ ਇਸ ਤਰ੍ਹਾਂ ਦੇ ਐਲਾਨ ਕਰਦੀਆਂ ਨੇ। ਇਸ ਲਈ ਲੋੜ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਹੈ ਵੀ ਕਿ ਉਹ ਚੋਣਾਂ 'ਚ ਅਜਿਹੇ ਐਲਾਨ ਕਰਨ ਤੋਂ ਪਹਿਲਾਂ ਇੱਕ ਪਲੈਨਿੰਗ ਕਰਨ, ਇੱਕ ਰਿਪੋਰਟ ਦੇਖਣ, ਕੋਈ ਜਿਹੜਾ ਹੈਗਾ ਚਾਹੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਜਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਜਾਂ ਕਿਸੇ ਢੰਗ ਨਾਲ ਇੱਕ ਰਿਪੋਰਟ ਤਾਂ ਇਕੱਠੀ ਕਰਨ ਵੀ ਕਿ ਪੰਜਾਬ 'ਚ ਕਿੰਨੇ ਖੁਦਕੁਸ਼ੀ ਪੀੜਤ ਕਿਸਾਨ ਨੇ ਜਾਂ ਕਿੰਨੇ ਕੁ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜਾਂ ਕਿੰਨੇ ਕਿਸਾਨਾਂ ਸਿਰ ਕਰਜ਼ਾ ਚੜ੍ਹਿਆ ਹੋਇਆ। ਕੀ ਉਹ ਕਰਜ਼ਾ ਜਿਹੜਾ ਸਰਕਾਰਾਂ ਉਤਾਰ ਸਕਦੀਆਂ ਨੇ? ਜੇ ਉਤਾਰ ਸਕਦੀਆਂ ਨੇ ਤਾਂ ਹੀ ਅਜਿਹੇ ਐਲਾਨ ਕਰਨ, ਵਾਅਦੇ ਕਰਨ, ਨਹੀਂ ਤਾਂ ਇਸ ਤਰ੍ਹਾਂ ਦੇ ਵੋਟਾਂ ਵਟੋਰਨ ਲਈ ਜਿਹੜਾ ਐਲਾਨ ਕਰਨ ਤੋਂ ਗੁਰੇਜ਼ ਕਰਨ। ਅਤੇ ਵੈਸੇ ਜਿਹੜਾ ਹੈਗਾ ਸਾਡੀਆਂ ਸਰਕਾਰਾਂ 'ਚ, ਚਾਹੇ ਸਾਡੀ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ, ਉਹ ਬੈਠ ਕੇ ਕਿਸਾਨਾਂ ਦੇ ਲਾਹੇ ਲਈ ਜਿਹੜਾ ਹੈਗਾ ਇੱਕ ਵਧੀਆ ਕਿਸਾਨ ਪੱਖੀ ਨੀਤੀ ਬਣਾਉਣ, ਇੱਕ ਪਾਲਿਸੀ ਬਣਾਉਣ, ਤਾਂ ਜੋ ਕਿਸਾਨਾਂ ਸਿਰ ਜਿਹੜਾ ਇਹ ਕਰਜ਼ਾ ਹੈ ਉਹ ਕਰਜ਼ਾ ਉਤਰ ਸਕੇ, ਸਾਡਾ ਕਿਸਾਨ ਜਿਹੜਾ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਸਕੇ। ਅਤੇ ਕਿਸਾਨਾਂ 'ਤੇ ਜਿਹੜਾ ਫਸਲਾਂ ਦੇ ਖਰਾਬੇ ਦਾ ਜਾਂ ਜਿਹੜਾ ਫਸਲਾਂ ਦੀ MSP ਹੈ ਉਹਨਾਂ ਨੂੰ ਸਮੇਂ ਸਿਰ ਮਿਲ ਸਕੇ। ਅਤੇ ਜਿਹੜੀ ਸਮੇਂ ਨੂੰ ਦੇਖਦੇ ਹੋਏ, ਸਮੇਂ ਦੇ ਖਰਚਿਆਂ ਨੂੰ ਦੇਖਦੇ ਹੋਏ, ਮਹਿੰਗਾਈ ਨੂੰ ਦੇਖਦੇ ਉਹਨਾਂ ਦੀ ਫਸਲਾਂ ਦੀ ਕੀਮਤਾਂ ਵੀ ਉਸੇ ਤਰ੍ਹਾਂ ਜਿਹੜੀ ਹੈਗੀ ਹੈ MSP ਵੀ ਵਧਾਈ ਜਾਵੇ, ਤਾਂ ਜੋ ਸਾਡੇ ਕਿਸਾਨ ਅੱਜ ਬਹੁਤ ਦਿੱਕਤਾਂ 'ਚੋਂ ਨਿਕਲ ਰਹੇ ਨੇ, ਬਹੁਤ ਔਕੜਾਂ ਦਾ ਸਾਹਮਣਾ ਕਰ ਰਹੇ ਨੇ, ਉਹ ਆਪਣਾ ਜੀਵਨ ਜਿਹੜਾ ਖੁਸ਼ੀ ਖੁਸ਼ੀ ਬਤੀਤ ਕਰ ਸਕਣ। ਇਸ ਲਈ ਲੋੜ ਇਹੀ ਹੈ, ਸਾਡੀਆਂ ਸਰਕਾਰਾਂ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ, ਕਿਸਾਨੀ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਕਿਸਾਨ ਆਪਣਾ ਜੀਵਨ ਖੁਸ਼ੀ ਖੁਸ਼ੀ ਬਤੀਤ ਕਰੇ। ਪੰਜਾਬੀ ਟ੍ਰਿਬਿਊਨ ਲਗਾਤਾਰ ਜਿਹੜਾ ਹੈ
ਪੰਜਾਬ ਦੇ ਮਸਲਿਆਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।